ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਤੁਹਾਡਾ ਕਵਿਤਾ ਸਿੰਘ ਤੇ ਖਬਰਾਂ ਦਾ ਆਗਾਜ਼ ਕਰਾਂਗੇ ਹੈਡਲਾਈਨਸ ਦੇ ਨਾਲ। ਕੋਟਕਪੂਰਾ ਗੋਲੀकांड ਮਾਮਲੇ ਦੀ ਸੁਣਵਾਈ 16 ਸਤੰਬਰ ਤੱਕ ਮੁਲਤਵੀ। ਅਦਾਲਤ ਦੇ ਵਿੱਚ ਪੇਸ਼ ਹੋਏ ਸੁਖਬੀਰ ਬਾਦਲ। ਪੰਜਾਬ ਯੂਨੀਵਰਸਿਟੀ ਵਿਖੇ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਨੂੰ ਲੈ ਕੇ ਐਸਐਸਪੀ ਨੇ ਕੀਤਾ ਯੂਨੀਵਰਸਿਟੀ ਦਾ ਦੌਰਾ। ਕਿਹਾ ਕੋਈ ਵੀ ਆਊਟਸਾਈਡਰ ਯੂਨੀਵਰਸਿਟੀ ਦੇ ਵਿੱਚ ਨਹੀਂ ਹੈ ਅਲਾਓ, ਨਾ ਹੀ ਹੋਣ ਦਿੱਤੀ ਜਾਵੇਗੀ ਕੋਈ ਰੈਲੀ। ਪਟਵਾਰੀਆਂ ਦੇ ਵੱਲੋਂ ਦਿੱਤੀ ਚੇਤਾਵਨੀ ਤੋਂ ਬਾਅਦ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ। ਪੰਜਾਬ ਸਰਕਾਰ ਨੇ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਕੱਢਣ ਦਾ ਕੀਤਾ ਐਲਾਨ ਤੇ ਨਾਲ ਹੀ 786 ਨੌਜਵਾਨਾਂ ਨੂੰ ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਏਗੀ। ਜ਼ਿਕਰਯੋਗ ਹੈ ਕਿ ਇਸ ਚਾਰਜ ਸ਼ੀਟ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਮਗਰੋਂ ਉਹਨਾਂ ਦਾ ਨਾਮ ਚਲਾਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਅਦਾਲਤ ਦੇ ਵਿੱਚ ਪੇਸ਼ੀ ਹੋਣ ਤੋਂ ਬਾਅਦ ਸੁਖਬੀਰ ਬਾਦਲ ਮੀਡੀਆ ਦੇ ਮੁਖਾਤਬ ਵੀ ਹੋਏ। ਕਿਉਂਕਿ ਇਹਨਾਂ ਨੇ ਸਾਰੀ ਪਲੈਨਿੰਗ ਨਾਲ ਕੀਤਾ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਆਪਣੀ ਅਦਾਲਤ ਤੇ ਜਸਟਿਸ ਹੋਊਗੀ। ਸਰ ਪੰਚਾਇਤਾਂ ਤੋਂ ਲੈ ਕੇ ਜਿਹੜਾ ਯੂਟਰਨ ਲਿਆ ਪੰਜਾਬ ਸਰਕਾਰ ਵੱਲੋਂ, ਉਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜੇ ਉਹਨਾਂ ਦੇ ਫੰਡਾਂ ਤੇ ਵੀ ਰੋਕ ਲਗਾਈ ਗਈ ਸੀ। ਮੈਂ ਉਹੀ ਕਹਿ ਰਿਹਾ ਕਿ ਇੰਨੀ ਨਲਾਇਕ ਸਰਕਾਰ ਹੈ ਜਿਹਨੂੰ ਪਤਾ ਹੀ ਨਹੀਂ ਕੰਮ ਕਰਨ ਦਾ ਤਰੀਕਾ ਕੀ ਹੈ। ਆਨਰੇਬਲ ਜੱਜ ਸਾਹਿਬ ਨੇ ਬੜੀ ਸਪਸ਼ਟ ਨਾਲ ਕਿਹਾ ਹੈ ਕਿ ਇਹ ਜਿਹੀ ਨਲਾਇਕ ਸਰਕਾਰ ਜਿਹਨੂੰ ਕਾਨੂੰਨ ਹੀ ਨਹੀਂ ਪਤਾ। ਮਤਲਬ ਕੀ ਸੀ, ਜਿਹੜੇ ਪੰਜਾਬ ਦੇ ਜਿਹੜੇ ਹੈਗੇ ਸਰਪੰਚਾਂ ਦੇ ਖਾਤਿਆਂ 'ਚ ਪੈਸਾ ਸੀ ਸਰਕਾਰ ਵਰਤਣਾ ਚਾਹੁੰਦੀ ਸੀ ਜਿਹੜੀ ਇਲੀਗਲ ਹੈ, ਤੇ ਉਹਨਾਂ ਨੇ ਕੀ ਕਿਹਾ ਕਿ ਸਾਰੇ ਸਰਪੰਚਾਂ ਨੂੰ ਕਹਿਤਾ ਕਿ ਇਹ ਸਾਰੇ ਕਰਪਟ ਹੈ। ਇਹ ਤੋਂ ਮਾੜੀ ਆਬਜ਼ਰਵੇਸ਼ਨ ਸਰਕਾਰ ਦੀ ਕੀ ਹੋ ਸਕਦੀ ਹੈ? ਤੁਸੀਂ ਇਲੈਕਟਿਡ ਬੰਦਿਆਂ ਨੂੰ ਕਰਪਟ ਕਰੋ, ਇਹਦਾ ਮਤਲਬ ਤੁਸੀਂ ਵੀ ਇਲੈਕਟਿਡ, ਤੁਸੀਂ ਵੀ ਕਰਪਟ ਹੋ। ਉੱਥੇ ਪਟਵਾਰੀਆਂ ਦੇ ਵੱਲੋਂ ਕਲਮ ਛੋੜ ਹੜਤਾਲ ਕਰਨ ਦੀ ਚੇਤਾਵਨੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀਆਂ ਦੀਆਂ 586 ਨਵੀਆਂ ਪੋਸਟਾਂ ਕੱਢਣ ਦਾ ਐਲਾਨ ਕੀਤਾ ਹੈ। ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਟਵਾਰੀਆਂ ਦੇ ਸਰਕਲ ਦੀ ਕੋਈ ਜਗ੍ਹਾ ਖਾਲੀ ਨਹੀਂ ਰਹਿਣ ਦਿੱਤੀ ਜਾਏਗੀ। ਇਸ ਤੋਂ ਇਲਾਵਾ ਮਾਨ ਨੇ ਪਟਵਾਰਖਾਨਿਆਂ ਦੇ ਵਿੱਚ ਹਾਜ਼ਰੀਆਂ ਦੇ ਲਈ ਬਾਇਓਮੈਟ੍ਰਿਕ ਤਕਨੀਕ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। 741 ਅੰਡਰ ਟ੍ਰੇਨੀ ਉਹਨਾਂ ਨੂੰ ਫੀਲਡ 'ਚ ਲੈ ਕੇ ਆ ਰਹੇ ਹਾਂ ਤਾਂ ਕਿ ਉਹ ਫੁੱਲ ਫਲੈਜ ਪਟਵਾਰੀ ਦੇ ਤੌਰ ਤੇ ਕੰਮ ਕਰਨੀ, ਡਿਊਟੀ ਕਰਨੀ, ਆਪਣੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਣ। 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਜਿਨ੍ਹਾਂ ਨੇ ਟੈਸਟ ਪਾਸ ਕਰ ਲਿਆ ਤੇ ਸਿਰਫ ਕਾਗਜ਼ੀ ਕਾਰਵਾਈ ਰਹਿੰਦੀ ਸੀ, ਉਹ ਪੂਰੀ ਕੰਪਲੀਟ ਸਰਕਾਰ ਵੱਲੋਂ ਜਲਦੀ ਕੀਤੀ ਜਾਊਗੀ। ਤੇ 586 ਨਵੀਆਂ ਪੋਸਟਾਂ ਪਟਵਾਰੀਆਂ ਦੀਆਂ ਅਸੀਂ ਕੱਢ ਰਹੇ ਹਾਂ। ਉਹਦੇ ਵਿੱਚ ਜਿਹੜੇ ਵੀ ਮੈਰਿਟ ਦੇ ਵਿੱਚ ਆਉਣਗੇ ਉਹਨਾਂ ਨੂੰ ਜਿਹੜਾ ਸਿਲੈਕਟ ਕੀਤਾ ਜਾਊਗਾ। ਤੇ ਇੱਕ ਹੋਰ ਅਹਿਮ ਫੈਸਲਾ ਇਹਦੇ ਵਿੱਚ ਹੈ ਕਿ ਹਾਜ਼ਰੀ ਜਿਹੜੀ ਹੈ ਪਟਵਾਰੀਆਂ ਦੀ ਉਹ ਬਾਇਓਮੀਟ੍ਰਿਕ ਹਾਜ਼ਰੀ ਹੋਊਗੀ। ਬਾਇਓਮੀਟ੍ਰਿਕ ਮੀਨਸ ਜੇ ਪੰਜਾਬੀ 'ਚ ਮੈਂ ਦੱਸ ਦਿੰਦਾ, ਅੰਗੂਠਾ ਲਾਉਣ ਵਾਲੀ ਜਿਹੜੀ ਹਾਜ਼ਰੀ ਹੁੰਦੀ ਹੈ ਆਉਣ ਵੇਲੇ, ਡਿਊਟੀ ਤੇ ਆਉਣ ਵੇਲੇ ਤੇ ਡਿਊਟੀ ਤੋਂ ਜਾਣ ਵੇਲੇ ਬਾਇਓਮੀਟ੍ਰਿਕ ਹਾਜ਼ਰੀ ਲੱਗੂਗੀ। ਉਹਦਾ ਆਪਣਾ ਫਿੰਗਰਪ੍ਰਿੰਟ ਜਿਹੜੇ ਨੇ ਉਹਦੇ ਨਾਲ ਉਹਨੂੰ ਹਾਜ਼ਰੀ ਲਾਉਣੀ ਪੈਣੀ ਹੈ, ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਬਹੁਤ ਘੱਟ ਤਨਖਾਹ ਤੇ, ਆਪ ਕੰਮ ਕਰਦੇ ਨਹੀਂ, ਕਿਤੋਂ ਹੋਰ ਕਰਵਾਉਂਦੇ ਆ। ਸੋ ਇਹਦੇ ਨਾਲ ਉਹ ਵੀ ਦੂਰ ਹੋਣਗੀਆਂ। ਤੇ ਜਿਹੜੇ ਨਵੇਂ ਪਟਵਾਰੀ ਭਰਤੀ ਕਰਨੇ ਨੇ ਉਹਦੇ ਵਿੱਚ ਮੈਰਿਟ ਦੇ ਆਧਾਰ ਤੇ, ਪੇਪਰ ਤੋਂ ਬਾਅਦ ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਹੋਣਗੀਆਂ। ਸੋ ਮੈਂ ਇਹ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ 741 ਉਹ ਪਟਵਾਰੀ ਜਿਹੜੇ ਟ੍ਰੇਨਿੰਗ ਤੇ ਨੇ ਉਹ ਫੀਲਡ 'ਚ ਆ ਜਾਣਗੇ। 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਤੇ 586 ਨਵੀਆਂ ਜਿਹੜੀਆਂ ਪੋਸਟਾਂ ਨੇ ਪਟਵਾਰੀਆਂ ਦੀਆਂ ਉਹ ਅਸੀਂ ਐਡਵਰਟਾਈਜ਼ਮੈਂਟ ਕਰ ਰਹੇ ਹਾਂ। ਉਹਨਾਂ ਦੇ ਇਸ਼ਤਿਹਾਰ ਆ ਜਾਣਗੇ ਤੇ ਉਹਦੇ ਵਾਸਤੇ ਬੱਚੇ ਜਿਹੜੇ ਨੇ, ਨੌਜਵਾਨ ਮੁੰਡੇ ਕੁੜੀਆਂ, ਉਹ ਪੇਪਰ ਦੇ ਕੇ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਪਟਵਾਰੀ ਨਿਯੁਕਤ ਕੀਤਾ ਜਾਊਗਾ। ਤੇ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਦਫ਼ਤਰ ਦੇ ਵਿੱਚ ਉਹ ਆਉਣ ਵੇਲੇ ਤੇ ਜਾਣ ਵੇਲੇ ਬਾਇਓਮੈਟ੍ਰਿਕ ਹੋਊਗੀ ਤਾਂ ਕਿ ਕੋਈ ਕਿਸੇ ਬੰਦਾ ਕੋਈ ਰੱਖ ਲਿਆ ਅੱਗੇ ਦੀ ਅੱਗੇ, ਆਪ ਜਿਹੜਾ ਮੇਨ ਪਟਵਾਰੀ ਹੈ ਉਹ ਕਿਤੇ ਹੋਰ ਕੰਮ ਕਰ ਰਿਹਾ, ਕੋਈ ਹੋਰ ਧੰਦਾ ਕਰ ਰਿਹਾ, ਕੰਮ ਕਰ ਰਿਹਾ, ਬਿਜ਼ਨਸ ਕਰ ਰਿਹਾ ਕੋਈ, ਪਰ ਉਹਦੀ ਥਾਂ ਤੇ ਕੋਈ ਹੋਰ ਜਿਹੜਾ ਉਹਦੀ ਸੇਵਾਵਾਂ ਨਿਭਾ ਰਿਹਾ, ਇਹ ਖਤਮ ਹੋ ਜਾਣਗੀਆਂ।
ਤੇ ਉਹਦੇ ਦੂਜੇ ਪਾਸੇ ਪਟਵਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਬਾਅਦ ਫਿਰ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੇ ਐਲਾਨ ਦਾ ਸਵਾਗਤ ਕੀਤਾ, ਤਾਂ ਉੱਥੇ ਹੀ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਸੀਐਮ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਹੜੇ ਪਟਵਾਰੀਆਂ ਨੂੰ ਫੀਲਡ ਟ੍ਰੇਨਿੰਗ ਦੇ ਲਈ ਭੇਜਿਆ ਜਾਵੇਗਾ ਉਹਨਾਂ ਨੂੰ ਪਹਿਲਾਂ ਵਾਂਗ 5000 ਰੁਪਏ ਦਿੱਤੇ ਜਾਣਗੇ ਜਾਂ ਫਿਰ ਪੂਰੀ ਤਨਖਾਹ ਦਿੱਤੀ ਜਾਵੇਗੀ, ਤੇ ਜਿਹੜੀਆਂ 710 ਨਵੀਆਂ ਅਸਾਮੀਆਂ ਤੇ ਭਰਤੀ ਹੋਣ ਵਾਲੀ ਹੈ ਉਹਨਾਂ ਦੀ ਟ੍ਰੇਨਿੰਗ ਕਿੰਨੇ ਸਾਲ ਦੀ ਹੋਏਗੀ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਉਹਨਾਂ ਹੋਰ ਵੀ ਕਈ ਸਵਾਲਾਂ ਦੇ ਜਵਾਬ ਸੀਐਮ ਮਾਨ ਨੂੰ ਪੁੱਛੇ। ਹੁਣੇ ਮੁੱਖ ਮੰਤਰੀ ਪੰਜਾਬ ਜੀ ਨੇ ਲਾਈਵ ਹੋ ਕੇ ਜੋ ਐਲਾਨ ਕੀਤਾ, ਮੈਂ ਉਹਨਾਂ ਦੀ ਪਹਿਲ ਕਦਮੀ ਵਾਸਤੇ ਉਹਨਾਂ ਦਾ ਸਵਾਗਤ ਜ਼ਰੂਰ ਕਰਦਾ, ਪਰ ਇੱਥੇ ਫੇਰ ਉਹਨਾਂ ਨੇ ਕੁਝ ਗੱਲਾਂ ਕਲੀਅਰ ਨਹੀਂ ਕੀਤੀਆਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਕਲੀਅਰ ਹੋਣੀਆਂ ਜ਼ਰੂਰੀ ਨੇ। ਜਿਹੜੇ ਪਟਵਾਰੀਆਂ ਨੂੰ ਫੀਲਡ ਟ੍ਰੇਨਿੰਗ ਦੇ ਵਿੱਚ ਭੇਜਿਆ ਜਾ ਰਿਹਾ ਉਹ ਦੱਸਿਆ ਜਾਵੇ ਕਿ ਉਹਨਾਂ ਨੂੰ ਉਸੇ ਤਰ੍ਹਾਂ 5000 ਰੁਪਇਆ ਦੇ ਕੇ ਉਹਨਾਂ ਦਾ ਸ਼ੋਸ਼ਣ ਜਾਰੀ ਰਹੂਗਾ ਜਾਂ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇਗੀ। ਜਿਹੜੀਆਂ 710 ਨਵੀਆਂ ਅਸਾਮੀਆਂ ਦੀ ਗੱਲ ਹੋਈ ਆ, ਭਰਤੀ ਹੋਣ ਜਾ ਰਹੀ ਆ, ਉਹਨਾਂ ਵਾਸਤੇ ਵੀ ਕਲੀਅਰ ਕੀਤਾ ਜਾਵੇ ਵੀ ਕੀ ਟ੍ਰੇਨਿੰਗ 1 ਸਾਲ ਦੀ ਹੋਵੇਗੀ ਜਾਂ 1.5 ਸਾਲ ਦੀ ਹੋਵੇਗੀ, ਔਰ ਟ੍ਰੇਨਿੰਗ ਦੇ ਦੌਰਾਨ ਤਨਖਾਹ ਪੂਰੀ ਮਿਲੇਗੀ ਜਾਂ 167 ਰੁਪਏ ਦਿਹਾੜੀ ਦੀ ਸ਼ੋਸ਼ਣ ਕੀਤਾ ਜਾਵੇਗਾ। ਔਰ ਜਿਹੜੀ ਅਗਲੀ ਗੱਲ, ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ 4716 ਪੋਸਟਾਂ ਮੌਜੂਦ ਨੇ ਔਰ ਜ਼ਿਲ੍ਹਿਆਂ ਦੀ ਗਿਣਤੀ 23 ਹੋ ਚੁੱਕੀ ਆ। ਸਾਡੀ ਇਹ ਵੀ ਮੰਗ ਆ ਕਿ ਜ਼ਿਲ੍ਹਿਆਂ ਦੀ ਗਿਣਤੀ ਵਧਣ ਦੇ ਨਾਲ ਪਟਵਾਰੀਆਂ ਕੋਲ ਕੰਮ ਵੀ ਵਧਿਆ, ਇਸ ਕਰਕੇ ਸਾਡੀਆਂ ਪੋਸਟਾਂ 7500 ਬਣਦੀਆਂ ਨੇ। 4716 ਪੋਸਟਾਂ ਪੰਜਾਬ 'ਚ ਇਸ ਵਕਤ ਮੌਜੂਦ ਨੇ। ਤੁਸੀਂ ਪਤਾ ਨਹੀਂ ਕਿਹੜੇ ਡਾਟੇ ਤੋਂ 37 ਤੋਂ 60 ਦੀ ਗੱਲ ਕਰੀ ਜਾਂਦੇ ਹੋ। ਕਿਰਪਾ ਕਰਕੇ ਆਪਣੇ ਸਲਾਹਕਾਰਾਂ ਨੂੰ, ਸਾਡੇ ਮਾਲ ਮਹਿਕਮੇ ਦੇ ਅਫਸਰਾਂ ਨੂੰ ਜਿਹੜੇ ਤੁਹਾਨੂੰ ਗਲਤ ਇਨਫੋਰਮੇਸ਼ਨ ਭੇਜਦੇ ਨੇ ਉਹਨਾਂ ਨੂੰ ਜ਼ਰੂਰ ਝਾੜ ਪਾਓ। 4716 ਪੋਸਟਾਂ ਪੰਜਾਬ ਦੀਆਂ ਅੱਜ ਬਰਕਰਾਰ ਨੇ। ਔਰ ਜਿਹੜੀ ਤੁਸੀਂ ਬਾਇਓਮੈਟ੍ਰਿਕ ਤੇ ਗੱਲ ਕੀਤੀ ਆ ਹਾਜ਼ਰੀ ਵਾਲੀ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਸਾਨੂੰ ਦੱਸਿਆ ਜਾਵੇ ਕਿ ਫੀਲਡ ਦੇ ਵਿੱਚ ਗਦਾਵਰੀ ਕਰਨ ਵਾਸਤੇ ਕੌਣ ਜਾਊਗਾ ਔਰ ਫੀਲਡ ਦੇ ਵਿੱਚ ਜਾਣ ਵਾਸਤੇ ਅਸੀਂ ਪਹਿਲਾਂ ਦਫ਼ਤਰ ਆਵਾਂਗੇ ਤੇ ਬਾਇਓਮੈਟ੍ਰਿਕ ਸਾਨੂੰ ਕਿੱਥੇ ਅਵੇਲੇਬਲ ਹੋਊਗਾ, ਕਿਉਂਕਿ ਸਾਡੇ ਹਰ ਪਟਵਾਰੀ ਕੋਲ ਲੈਪਟਾਪ ਮੌਜੂਦ ਆ। ਇਸ ਕਰਕੇ ਇਹ ਗੱਲਾਂ ਜ਼ਰੂਰ ਪੰਜਾਬ ਦੀ ਜਨਤਾ ਕਲੈਰੀਫਾਈ ਕਰਨਾ ਚਾਹੁੰਦੀ ਆ। ਔਰ ਜੋ ਤੁਹਾਡਾ ਫੈਸਲਾ, ਇਹਦੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੀ ਮੀਟਿੰਗ ਕਰਕੇ ਵੀ ਆਪਦਾ ਫੈਸਲਾ ਸੁਣਾ ਦੇਵਾਂਗੇ। ਬਾਕੀ ਜੋ ਸਾਡਾ ਚੱਲਦਾ ਸੰਘਰਸ਼ ਆ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਹੂਗਾ। ਤੁਹਾਡੀ ਪਹਿਲ ਕਦਮੀ ਲਈ ਤੁਹਾਡਾ ਸਵਾਗਤ, ਕਿਉਂਕਿ ਤੁਸੀਂ ਪਹਿਲਾਂ ਪਹਿਲ ਕਦਮੀ ਐਸਮਾ ਦੀ ਕੀਤੀ ਸੀ, ਉਹਦੇ ਦਾ ਤੁਹਾਨੂੰ ਜਵਾਬ ਅਸੀਂ ਦੇ ਚੁੱਕੇ ਹਾਂ। ਔਰ ਅੱਜ ਜੋ ਤੁਸੀਂ ਨੌਜਵਾਨਾਂ ਨੂੰ ਹਰੇ ਪੈਨ ਦੇਣ ਦੀ ਸ਼ੁਰੂਆਤ ਕੀਤੀ ਆ, ਸਾਡੀ ਪਹਿਲੀ ਮੰਗ ਜਿਹੜੀ ਹੈਗੀ ਆ ਪੂਰੀ ਹੋਣ ਜਾ ਰਹੀ ਆ। ਅਸੀਂ ਤੁਹਾਡਾ ਇਸ ਕਰਕੇ ਸਵਾਗਤ ਕਰਦੇ ਹਾਂ। ਜੈ ਯੂਨੀਅਨ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ। ਪੰਚਾਇਤਾਂ ਦੀ ਬੇਸ਼ੱਕ ਮੁੜ ਬਹਾਲੀ ਹੋ ਚੁੱਕੀ ਹੈ, ਪਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਯੂ ਟਰਨ ਦੇ ਲਈ ਦਿੱਤੀ ਸਫਾਈ ਅਕਾਲੀ ਦਲ ਨੂੰ ਰਾਸ ਨਹੀਂ ਆ ਰਹੀ। ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਚਾਇਤਾਂ ਨੂੰ ਭੰਗ ਕਰਨ ਪਿੱਛੇ ਸਰਕਾਰੀ ਅਫਸਰ ਨਹੀਂ ਸਗੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਸਨ। ਇਸ ਤੋਂ ਇਲਾਵਾ ਮਜੀਠੀਆ ਨੇ ਵਿਅੰਗ ਕੱਸਦਿਆਂ ਅਫਸਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੇ ਦਸਤਖਤ ਕਰਵਾਉਣ ਤੋਂ ਪਹਿਲਾਂ ਮਸ਼ੀਨ ਦੇ ਨਾਲ ਭਗਵੰਤ ਮਾਨ ਦੀ ਪੀਤੀ ਸ਼ਰਾਬ ਦਾ ਲੇਬਲ ਜ਼ਰੂਰ ਚੈੱਕ ਕਰ ਲਿਆ ਕਰਨ ਕਿ ਉਹ ਹੋਸ਼ ਦੇ ਵਿੱਚ ਹਨ ਜਾਂ ਫਿਰ ਨਹੀਂ। ਮਗਰ ਇਹ ਨਵੇਂ ਕਿਸਮ ਦੇ ਜਰਨੈਲ ਤਾਂ ਕਾਹਦੇ ਨੇ ਇਹ ਜਿਹੜੇ ਖਾਦੀ ਪੀਤੀ 'ਚ ਪਤਾ ਨਹੀਂ ਫਾਈਲ ਸਾਈਨ ਕਰ ਜਾਂਦੇ ਜਾਂ ਕਿਹੜੇ ਕਿਸ ਚੀਜ਼ ਦੇ ਕਿਹੜੀ ਇਨਫਲੂਐਂਸ ਥੱਲੇ ਹੁੰਦੇ ਆ। ਜਾਂ ਤਾਂ ਮੈਂ ਤਾਂ ਇਹਨਾਂ ਦੇ ਸੀਐਮਓ ਦੇ ਅਫਸਰਾਂ ਨੂੰ ਕਹੂੰਗਾ ਕਿ ਫਾਈਲ ਸਾਈਨ ਕਰਾਉਣ ਵੇਲੇ ਉਹ ਫੂਕ ਫਾਕ ਮਰਵਾ ਲਿਆ ਕਰੋ, ਜਿਵੇਂ ਡਰੰਕਨ ਡਰਾਈਵਿੰਗ ਦਾ ਟੈਸਟ ਹੁੰਦਾ ਨਾ, ਕਿ ਮੁੱਖ ਮੰਤਰੀ ਹੋਸ਼ੋ-ਹਵਾਸ 'ਚ ਤਾਂ ਹੈ, ਕਿਉਂਕਿ ਇਟ ਇਜ਼ ਸੋ ਅਬਸਰਡ। ਮਤਲਬ ਇਹ ਫਾਈਲ ਨਿਕਲਣੀ ਤੇ ਪਤਾ ਨਹੀਂ ਕਿੰਨੇ ਹੋਰ ਸਸਪੈਂਡ ਹੋ ਜਾਣੇ, ਇਸ ਲਈ ਮੈਂ ਉਹਨਾਂ ਦਾ ਵੀ ਜਾਣ ਦਾ ਫਿਕਰ ਕਰਨਾ। ਮਗਰ ਪਹਿਲੇ ਪੇਜ 'ਚ ਇਹ ਲਿਖਿਆ ਹੈ ਕਿ ਐਜ਼ ਸੀਐਮ ਡਿਜ਼ਾਇਰਡ, ਕਿਉਂਕਿ ਇਹ ਫਾਈਲ ਚੱਲੀ ਕਿਵੇਂ 5 ਸਾਲ ਤੋਂ ਪਹਿਲਾਂ ਨਹੀਂ ਚੱਲ ਸਕਦੀ ਸੀ, ਜਦੋਂ ਪੰਚਾਇਤਾਂ ਦਾ ਸਮਾਂ ਜਨਵਰੀ ਤੱਕ ਰਹਿੰਦਾ ਸੀ। ਉਹਦੇ 'ਚ ਐਜ਼ ਡਿਸਕਸਡ ਮਿਨਿਸਟਰ ਤੇ ਚੀਫ ਮਿਨਿਸਟਰ ਦੀ ਮੀਟਿੰਗ 'ਚ ਇਹ ਡਿਜ਼ਾਇਰ ਕੀਤਾ ਗਿਆ ਕਿ ਇਹ ਫਾਈਲ ਮੂਵ ਹੋਵੇ। ਪਹਿਲਾ ਪੇਜ ਜਿਹੜਾ ਉਹਦੇ 'ਚ ਬੜਾ ਕਲੀਅਰਲੀ ਉੱਥੋਂ ਸ਼ੁਰੂ ਹੁੰਦਾ। ਹੁਣ ਬਾਕੀ ਉਹਦੇ 'ਚ ਕੀ 2-4 ਲਾਈਨਾਂ ਲਿਖੀਆਂ ਸੀਐਮ ਸਾਹਿਬ ਆਪ ਦੱਸ ਦੇਣ। ਲਾਲਜੀਤ ਭੁੱਲਰ ਆ ਕੱਲ ਤਾਂ ਤੋਤੇ ਵਾਂਗੂ ਪੜ੍ਹਦੇ ਸੀ ਨਾ ਤੁਸੀਂ, ਕੱਲ ਮੈਂ ਵੀਡੀਓ ਵਿਖਾਊਂਗਾ ਉਹਦੀ। ਪੰਜਾਬ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਪੰਜਾਬ ਸਰਕਾਰ ਨੇ ਸਮੇਂ ਸਿਰ ਕਰਵਾਉਣ ਲਈ ਉਪਰਾਲੇ ਆਰੰਭ ਦਿੱਤੇ ਸਨ, ਕਿਉਂਕਿ ਵੋਟਰ ਸੂਚੀਆਂ ਦੀਆਂ ਸੋਧਾਂ, ਵਾਰਡਬੰਦੀ, 50% ਔਰਤਾਂ ਦਾ ਰਾਖਵਾਂਕਰਨ ਵਗੈਰਾ ਦੀ ਕਾਫੀ ਲੰਮੀ ਪ੍ਰਕਿਰਿਆ ਹੈ। ਇਸ ਲਈ ਪੰਚਾਇਤੀ ਵਿਭਾਗ ਨੂੰ ਸਮਾਂ ਮਿਲ ਸਕੇ, ਇਸ ਪ੍ਰਕਿਰਿਆ ਦਾ ਜਲਦੀ ਐਲਾਨ ਕਰ ਦਿੱਤਾ ਗਿਆ। ਸੋ ਇਹ ਫੈਸਲਾ, ਮੈਂ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਹਿ ਰਿਹਾ ਕਿ ਫੈਸਲਾ ਡੀਕੇ ਤਿਵਾਰੀ ਦਾ ਨਹੀਂ ਸੀ। ਹੀ ਇਜ਼ ਨੋ ਅਥਾਰਟੀ।
ਫੈਸਲਾ ਖਹਿਰਾ ਸਾਹਿਬ ਦਾ ਨਹੀਂ ਸੀ, ਉਹ ਤਾਂ ਗੱਲ 'ਚ ਗੂਠ ਦੇ ਕੇ ਤੁਸੀਂ ਫੈਸਲਾ ਕਰਾਇਆ। ਔਰ ਜੇ ਤੁਸੀਂ ਇਸ 'ਚ ਸਿੰਸੀਅਰ ਸੀ, ਮਤਲਬ ਇੱਥੇ ਤਾਂ ਫਿਕਸ ਕਰਤੀ ਅੰਗਰੇਜ਼ੀ ਅਖਬਾਰ 'ਚ ਆਪ ਦੀ ਸੀਐਮ ਨੂੰ ਬੇਵਕੂਫ ਦੱਸਤਾ ਸੀਐਮਓ ਨੇ। ਚਲੋ ਉਹ ਠੀਕ ਹੈ, ਕਈ ਸਹਿਮਤ ਵੀ ਨੇ, ਉਹਦੀ ਭਾਵਨਾ ਦਿਲ ਦੀ ਗੱਲ ਨਿਕਲ ਹੀ ਆਉਂਦੀ ਹੈ। ਕਹਿੰਦੇ ਜੀ ਉਹਨੂੰ ਲੀਗੈਲਿਟੀ ਪਤਾ ਕਰਾ ਲੈਣੀ ਸੀ। ਤੇ ਭਾਈ ਐਡਾ ਏਜੀ ਤੁਸੀਂ ਲਾਇਆ, ਐਲਆਰ ਤੁਸੀਂ ਲਾਇਆ, ਤੁਸੀਂ ਸਲਾਹ ਲੈ ਲੈਂਦੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇਹਨਾਂ ਚੋਣਾਂ ਨੂੰ ਸਹੀ ਤਰੀਕੇ ਦੇ ਨਾਲ ਨੇਪਰੇ ਚੜਾਉਣ ਦੇ ਲਈ ਪ੍ਰਸ਼ਾਸਨ ਵੀ ਮੁਸਤੈਦ ਹੋ ਚੁੱਕਾ ਹੈ। ਯੂਨੀਵਰਸਿਟੀ ਦੇ ਵਿੱਚ ਵੱਡੀ ਗਿਣਤੀ ਅੰਦਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਅੱਜ ਖੁਦ ਐਸਐਸਪੀ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਕਿਹਾ ਕਿ ਚੋਣਾਂ ਤੱਕ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਆਊਟਸਾਈਡਰ ਅਲਾਉ ਨਹੀਂ ਹੈ ਅਤੇ ਨਾ ਹੀ ਕੋਈ ਰੈਲੀ ਹੋਣ ਦਿੱਤੀ ਜਾਏਗੀ। ਅੱਜ ਅਸੀਂ ਪੀਯੂ ਵਿੱਚ ਇਲੈਕਸ਼ਨਸ ਜਿਹੜੇ ਨੈਕਸਟ ਵੀਕ ਹੋਣੇ ਹੈ ਤੇ ਸਾਰੇ ਕਾਲਜਸ 'ਚ ਜਿਹੜੇ ਚੰਡੀਗੜ੍ਹ ਦੇ ਨੇ ਉਹਨਾਂ ਦੀ ਸਟੂਡੈਂਟ ਬਾਡੀਜ਼ ਨਾਲ ਤੇ ਪੀਯੂ ਦੀ ਅਥਾਰਟੀਜ਼ ਨਾਲ ਅਸੀਂ ਇੱਕ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਸਾਰੇ ਸਟੂਡੈਂਟ ਬਾਡੀਜ਼ ਦੇ ਪ੍ਰਧਾਨਾਂ ਨੂੰ ਤੇ ਬੱਚਿਆਂ ਨੂੰ, ਨੁਮਾਇੰਦਿਆਂ ਨੂੰ ਜਿਹੜੇ ਵੀ ਸਾਡੇ ਰੂਲ ਕਾਇਦੇ ਕਾਨੂੰਨ ਜਿਹੜੇ ਫੋਲੋ ਕਰਨੇ ਆ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਹੈ। ਜਿਹੜੇ ਵੀ ਰੂਲਸ ਪੀਯੂ ਵੱਲੋਂ ਜਾਰੀ ਹੋਏ, ਹਦਾਇਤਾਂ ਜਾਰੀ ਹੋਈਆਂ, ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਹੈ ਤੇ ਇਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਕੋਈ ਹੈ ਜਿਹੜੀ ਪੁਲਿਸ ਉਹਨਾਂ ਨੂੰ ਲਾਈਟਲੀ ਨਹੀਂ ਲਵੇਗੀ ਤੇ ਡਿਊ ਐਕਸ਼ਨ ਉਹਨਾਂ ਤੇ ਲਿੱਤਾ ਜਾਵੇਗਾ। ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਹੁਣ 4 ਦਿਨ ਬਚੇ ਜਿਹੜੇ ਕੈਂਪੇਨਿੰਗ ਦੇ ਰੂਲਸ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਹੈ ਤੇ ਕੋਈ ਵੀ ਵਾਇਲੇਸ਼ਨ ਸਾਡੀ ਸਾਹਮਣੇ ਆਉਂਦੀ ਹੈ ਉੱਥੇ ਅਸੀਂ ਐਕਸ਼ਨ ਲਵਾਂਗੇ। ਰੈਲੀਆਂ ਵਗੈਰਾ ਹੋਣਗੇ ਸਟੂਡੈਂਟ ਦੀਆਂ ਜਿਹੜੀਆਂ ਅਕਸਰ ਦੇਖੋ ਚੰਡੀਗੜ੍ਹ 'ਚ 144 ਦੀ ਧਾਰਾ ਲਾਗੂ ਹੈ। ਕਿਸੇ ਵੀ ਤਰ੍ਹਾਂ ਦੀ ਰੈਲੀ ਪ੍ਰੋਸੈਸ਼ਨ ਕੋਈ ਵੀ ਬੈਂਡ ਹੈ ਬਿਲਕੁਲ ਹੀ, ਤੇ ਉਹ ਪੀਯੂ ਦੇ ਕੈਂਪਸ ਤੇ ਵੀ ਲਾਗੂ ਹੁੰਦੀ ਹੈ, ਸਾਰੇ ਕਾਲਜਸ ਦੇ ਕੈਂਪਸ ਤੇ ਵੀ ਲਾਗੂ ਹੁੰਦੀ ਹੈ। ਕੈਂਪੇਨਿੰਗ ਲਈ ਸਿਰਫ 5 ਜਣਿਆਂ ਦੇ ਪੈਨਲ ਸਾਰੀ ਸਟੂਡੈਂਟ ਬਾਡੀਜ਼ ਤੋਂ DSW ਆਫਿਸ ਬਣਾਉਣਗੇ ਤੇ ਉਹੀ ਕੈਂਪੇਨਿੰਗ ਦੇ ਅਲਾਉਡ ਹੋਣਗੇ। ਆਊਟਸਾਈਡਰ ਦੇ ਲਈ ਕੋਈ ਚੈਕਿੰਗ ਵਗੈਰਾ? ਆਊਟਸਾਈਡਰਸ ਲਈ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਚੈਕਿੰਗ ਪੂਰੀ ਜਾਰੀ ਹੈ। ਪਿਛਲੇ 2 ਹਫ਼ਤਿਆਂ ਤੋਂ ਸਾਰੇ ਗੇਟਸ ਤੇ ਚੈਕਿੰਗ ਜਾਰੀ ਹੈ, ਸਾਰੇ ਕਾਲਜਸ 'ਚ ਜਾਰੀ ਹੈ। ਆਊਟਸਾਈਡਰਸ ਦੀ ਐਂਟਰੀ ਬਿਲਕੁਲ ਬੈਂਡ ਹੈ। ਕੋਈ ਵੀ ਆਊਟਸਾਈਡਰ ਅੰਦਰ ਆਂਦਾ ਹੈ ਪੀਯੂ ਕੈਂਪਸ 'ਚ, DSW ਅਥਾਰਟੀਜ਼ ਨੂੰ ਅਸੀਂ ਪੀਯੂ ਅਥਾਰਟੀਜ਼ ਨੂੰ ਕਿਹਾ ਹੈ ਕਿ ਕੰਸਰਨਡ ਸਟੂਡੈਂਟਸ ਜਿਹੜੇ ਆਊਟਸਾਈਡਰਸ ਨੂੰ ਲੈ ਕੇ ਆ ਰਹੇ ਹਨ ਉਹਨਾਂ ਨੂੰ ਨੋਟਿਸ ਜਾਰੀ ਕਰਨ ਤੇ ਉਹਨਾਂ ਤੇ ਡਿਊ ਐਕਸ਼ਨ ਲੈਣ। ਸਪੈਸ਼ਲ ਨਾਕੇ ਕਿੰਨੇ ਲੱਗਣਗੇ ਮੈਡਮ, ਔਰ ਫੋਰਸਿਸ ਕਿੰਨੀਆਂ ਆਣਗੀਆਂ? ਦੇਖੋ ਇਹ ਅਸੀਂ ਪਲਾਨ ਕਰ ਰਹੇ ਹਾਂ ਅਸੀਂ ਤੇ ਮੈਕਸਿਮਮ ਤੋਂ ਮੈਕਸਿਮਮ ਅਸੀਂ ਜਿੰਨੀ डिप्लॉयमेंट ਸਾਨੂੰ ਲੱਗਦਾ ਠੀਕ होएगी पीसफुल कंडक्ट ऑफ इलेक्शंस लिए उसी कराएंगे। मैडम कार रैली अलाउड नहीं और कोई कार रैली हुई नहीं। ये जो हमने सामान जब्त किया है, हमारे जो एंट्री गेट्स पे फोर्स लगी है उन्होंने सामान जब्त किया है, कुछ लाठियाँ डंडे ऐसे सामान हैं और उनको हम रेगुलरली चेकिंग करके उनको अवॉइड करने की कोशिश। बिल्कुल जी, ਜਿਹੜੇ ਤਾਂ इलीगल काम है, जे कोई लिकर की ਸਮਗਲਿੰਗ हो रही है, इस तरह की प्रोविजन हो रही है, अंडर एज बच्चों ਨੂੰ ਜੇ ਕੋਈ ਲਿकर प्रोवाइड करा रहा है, कोई आर्म्स एक्ट ਦੀ वायलेशन है, ਕੋਈ 144 ਧਾਰਾ ਤੋੜਦਾ, ਸਾਰਿਆਂ ਤੇ ਐਕਸ਼ਨ ਲਿੱਤਾ ਜਾਵੇਗਾ। ਪੋਲੀਟੀਕਲ ਤੇ ਵੀ ਹੈਗਾ, ਜੇ ਪੋਲੀਟੀਕਲ ਲੀਡਰ ਜ਼ਿਆਦਾ ਇੱਥੇ ਮਤਲਬ ਕਿਸ ਤਰ੍ਹਾਂ ਦੀ ਰੈਲੀਆਂ ਨੂੰ ਸੰਬੋਧਨ ਕਰਦੇ ਜਾ? ਦੇਖੋ ਉਹ ਵੀ ਜਿਵੇਂ ਪੀਯੂ ਦੀ ਗਾਈਡਲਾਈਨਸ ਨੇ ਕਿ ਆਊਟਸਾਈਡਰਸ ਅਲਾਉਡ ਨਹੀਂ ਹੈ। ਜੇ ਕੋਈ ਬੱਚੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਕੰਸਰਨਡ ਪੀਯੂ ਅਥਾਰਟੀਜ਼ ਆਪਣੇ ਬੱਚਿਆਂ ਨੂੰ ਉਹਨਾਂ ਨਾਲ ਟਾਈ ਅਪ ਕਰਨ ਤੇ ਜੇ ਕੋਈ ਵਾਇਲੇਸ਼ਨ ਕਰਦਾ ਉਹਨਾਂ ਨੂੰ ਨੋਟਿਸ ਕੱਢਣ। ਸੂਬੇ ਦੇ ਲਈ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ ਅਕਾਲੀ ਦਲ ਦੀ ਅੱਜ ਸੋਚ ਬਦਲ ਚੁੱਕੀ ਹੈ। ਇਸ ਪੰਥਕ ਪਾਰਟੀ ਨੂੰ ਅੱਜ ਬਾਦਲਾਂ ਨੇ ਸਰਬ ਧਰਮ ਪਾਰਟੀ ਬਣਾ ਦਿੱਤਾ ਹੈ ਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਪੈ ਰਹੇ ਕੇਂਦਰੀ ਡਾਕਿਆਂ ਦੇ ਪ੍ਰਤੀ ਵੀ ਬਾਦਲ ਪਾਰਟੀ ਕੇਂਦਰ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੀ ਹੈ। ਵਨ ਨੇਸ਼ਨ ਵਨ ਇਲੈਕਸ਼ਨ ਮਾਮਲੇ ਉੱਤੇ ਵੀ ਬੀਤੇ ਦਿਨੀ ਜਦੋਂ ਸੁਖਬੀਰ ਬਾਦਲ ਨੇ ਆਪਣੀ ਸਹਿਮਤੀ ਦਿੱਤੀ ਤਾਂ ਉਹਨਾਂ ਦੀ ਨੀਅਤ ਸਾਫ਼ ਨਜ਼ਰ ਆਈ। ਇਸ ਮਾਮਲੇ ਉੱਤੇ ਅੱਜ ਕੇਜਰੀਵਾਲ ਦੀ ਪਾਰਟੀ ਨੇ ਵੀ ਆਪਣੀ ਰਾਏ ਰੱਖੀ ਅਤੇ ਇਸ ਦਾ ਵਿਰੋਧ ਕਰਦਿਆਂ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਪਸ਼ਟ ਜਵਾਬ ਦਿੱਤਾ ਹੈ। ਲੋਕ ਸਭਾ ਜਿਹੜੀਆਂ ਚੋਣਾਂ ਹੋਣੀਆਂ ਉਹਦੇ 'ਚ ਇਹਨਾਂ ਦੀ ਹਾਰ ਵੀ ਤੈਅ ਆ ਔਰ ਹਾਰ ਦੇ ਕਾਰਨ ਵੀ ਬੜੇ ਡਿਫਰੈਂਟ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ, ਮਹਿੰਗਾਈ, ਬੇਰੁਜ਼ਗਾਰੀ, ਮਾਈਨੋਰਟੀ ਤੇ ਅਤਿਆਚਾਰ, ਸਭ ਤੋਂ ਵੱਡੀ ਗੱਲ ਜਿਹੜਾ ਨਫ਼ਰਤ ਦੀ ਰਾਜਨੀਤੀ ਇਹ ਕਰਦੇ ਆ ਲੋਕ। ਇਸ ਮੁਲਕ ਦੇ ਲੋਕ ਭਾਈਚਾਰਾ ਪਸੰਦ ਹੈ, ਇਹਨੂੰ ਪਸੰਦ ਨਹੀਂ ਕਰਦੇ। ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੀ ਰੀਜਨਲ ਪਾਰਟੀ, ਖੇਤਰੀ ਪਾਰਟੀ ਦਾ ਦਾਅਵਾ ਕਰਨ ਵਾਲੀ ਅਕਾਲੀ ਦਲ ਬਾਦਲ, ਕਿਉਂਕਿ ਹੁਣ ਇਹ ਅਕਾਲੀ ਦਲ ਨਹੀਂ ਹੈ, ਇਹ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਉਹ ਅਕਾਲੀ ਦਲ ਸੀ ਜਿਨ੍ਹੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵਕਾਲਤ ਕੀਤੀ, ਜਿਨ੍ਹੇ ਆਨੰਦਪੁਰ ਸਾਹਿਬ ਦੇ ਮਤੇ ਦੇ ਆਧਾਰ ਤੇ ਸੂਬਿਆਂ ਨੂੰ ਵੱਧ ਤਾਕਤਾਂ ਦੀ ਹਮੇਸ਼ਾ ਵਕਾਲਤ ਕੀਤੀ, ਜਿਨ੍ਹੇ ਦੇਸ਼ ਵਿੱਚ ਭਾਈਚਾਰਾ, ਸ਼ਾਂਤੀ, ਸਾਰੇ ਧਰਮਾਂ ਦੇ ਸਤਿਕਾਰ ਦੀ ਵਕਾਲਤ ਕੀਤੀ। ਉਸ ਏਜੰਡੇ ਨੂੰ ਛੱਡ ਕੇ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੇ ਕੱਲ ਵਨ
ਨੇਸ਼ਨ ਵਨ ਇਲੈਕਸ਼ਨ ਨੂੰ ਸਪੋਰਟ ਕੀਤੀ ਆ, ਇਹ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਬਾਦਲ ਦਾ ਜਿਹੜਾ ਇੰਟਰਸਟ ਹੈ ਸਿਰਫ ਤੇ ਸਿਰਫ ਫਾਈਨੈਂਸ਼ੀਅਲ, ਨਿੱਜੀ ਔਰ ਆਪਣੇ ਫਾਇਦੇ ਦੀਆਂ ਗੱਲਾਂ ਜੋਗਾ ਰਹਿ ਗਿਆ। ਨਾ ਇਹਨਾਂ ਨੂੰ ਦੇਸ਼ ਦੀ ਡਾਈਵਰਸਿਟੀ ਦੀ ਫਿਕਰ ਹੈ, ਨਾ ਇਹਨਾਂ ਨੂੰ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਫਿਕਰ ਹੈ, ਨਾ ਇਹਨਾਂ ਨੂੰ ਫੈਡਰਲ ਸਟਰਕਚਰ ਦੀ ਮਜ਼ਬੂਤੀ ਦਾ ਫਿਕਰ ਹੈ। ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹੁਣ ਬਾਦਲ ਸਾਹਿਬ ਇਸ ਗੱਲ ਦਾ ਜਵਾਬ ਦੇਣ। ਵਨ ਇਲੈਕਸ਼ਨ, ਵਨ ਨੇਸ਼ਨ ਵਨ ਇਲੈਕਸ਼ਨ ਦਾ ਤੁਸੀਂ ਸਪੋਰਟ ਕੀਤਾ, ਕੀ ਬਾਦਲ ਸਾਹਿਬ ਵਨ ਨੇਸ਼ਨ ਵਨ ਕਨਸਟੀਟਿਊਸ਼ਨ ਦਾ ਸਪੋਰਟ ਕਰਦੇ ਆ? ਕੀ ਸੁਖਬੀਰ ਸਿੰਘ ਬਾਦਲ ਵਨ ਨੇਸ਼ਨ ਵਨ ਲੈਂਗੁਏਜ ਦਾ ਸਪੋਰਟ ਕਰਦੇ ਆ? ਕੀ ਸੁਖਬੀਰ ਸਿੰਘ ਬਾਦਲ ਵਨ ਨੇਸ਼ਨ ਤੇ ਵਨ ਟੈਕਸ ਦਾ ਸਪੋਰਟ ਕਰਦੇ ਆ? ਕਿ ਸੁਖਬੀਰ ਸਿੰਘ ਬਾਦਲ ਵਨ ਨੇਸ਼ਨ ਤੇ ਵਨ ਰਿਲੀਜਨ ਦਾ ਸਪੋਰਟ ਕਰਦੇ ਆ? ਇਹ ਅਕਾਲੀ ਦਲ ਬਾਦਲ ਜਿਹੜਾ ਹੈ ਜਵਾਬ ਦੇਵੇ। ਬੀਤੇ ਦਿਨ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਸੀ, ਜਿਸ ਦੇ ਵਿੱਚ ਕਿਸਾਨ ਪ੍ਰੀਤਮ ਸਿੰਘ ਆਪਣੇ ਹੱਕਾਂ ਦੇ ਲਈ ਲੜਦੇ ਹੋਏ ਸ਼ਹੀਦ ਹੋ ਗਏ। ਇਸ ਦੇ ਮੱਦੇਨਜ਼ਰ ਕਿਸਾਨਾਂ ਦੇ ਵੱਲੋਂ ਕੱਲ ਸ਼ਹੀਦ ਪ੍ਰੀਤਮ ਸਿੰਘ ਦੇ ਜੱਦੀ ਪਿੰਡ ਸੰਗਰੂਰ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾਏਗਾ ਅਤੇ ਕਿਸਾਨਾਂ ਨੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ। ਤੇ ਨਾਲੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਵੱਡੇ ਪੱਧਰ ਤੇ ਧਰਨੇ ਦਿੱਤੇ ਜਾਣਗੇ। 16 ਜਥੇਬੰਦੀਆਂ ਦੇ ਪਹਿਲੇ ਸ਼ਹੀਦ ਬਾਪੂ ਪ੍ਰੀਤਮ ਸਿੰਘ ਜੀ ਮੰਡੇਰ ਕਲਾਂ, ਉਹਨਾਂ ਦੇ ਜੱਦੀ ਪਿੰਡ ਸੰਗਰੂਰ ਵਿੱਚ ਮੰਡੇਰ ਕਲਾਂ 'ਚ ਕੱਲ ਸ਼ਹੀਦੀ ਸਮਾਗਮ ਹੋਣਾ ਵਾ। ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਆ, ਕਿਉਂਕਿ ਜਿਹੜੀਆਂ ਮੰਗਾਂ ਲਈ ਉਹਨਾਂ ਨੇ ਸੰਘਰਸ਼ ਕੀਤਾ ਹਾਲੇ ਉਹ ਬਾਕੀ ਆ, ਉਹਨਾਂ ਤੇ ਸੰਘਰਸ਼ ਜਾਰੀ ਆ। ਜਿਵੇਂ ਹੜ੍ਹਾਂ ਦੀ ਮਾਰ ਦਾ ਖਰਾਬਾ ਲੈਣਾ, MSP ਗਰੰਟੀ ਕਾਨੂੰਨ, ਨਰੇਗਾ 200 ਦਿਨ, ਦਿੱਲੀ ਵਾਲੇ ਸਾਰੇ ਕੇਸ ਵਾਪਸ ਤੇ ਸ਼ਹੀਦਪੁਰ ਵਾਲਿਆਂ ਨੂੰ ਨੌਕਰੀਆਂ। ਇਹਦੇ ਨਾਲ ਦੀ ਨਾਲ ਜਿੰਨੇ ਵੀ ਦੇਸ਼ ਭਰ 'ਚ ਟੋਲ ਪਲਾਜ਼ੇ ਆ, ਜਿਹੜੀ ਉਹਨਾਂ ਦੀ 10% ਵਸੂਲੀ ਵਧਾਈ ਗਈ ਆ। ਇਹ ਆਮ ਲੋਕਾਂ ਤੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਦਾ ਵੱਡਾ ਡਾਕਾ ਹੈਗਾ ਵਾ। ਇਹਦੇ ਨਾਲ ਨਾਲ ਜਿਹੜੀ ਬਾਸਮਤੀ ਦੀ ਐਕਸਪੋਰਟ ਦੇ ਵਿੱਚ ਜਿਹੜੀ ਪਾਬੰਦੀ ਕੇਂਦਰ ਨੇ ਲਾਈ ਆ, ਤੇ ਉਹ ਕਿਸਾਨਾਂ ਨੂੰ ਮਾਰਨ ਵਾਲੀ ਹੈਗੀ ਆ। ਵੀ ਦੇਖੋ ਬਾਸਮਤੀ ਸਾਰੀ ਵਿਦੇਸ਼ਾਂ ਵਿੱਚ ਜਾਂਦੀ ਆ ਕਿਉਂਕਿ ਮਹਿੰਗੀ ਚੀਜ਼ ਹੈਗੀ ਆ, ਤੇ ਉਹ ਇਸ ਕਰਕੇ ਪਾਬੰਦੀ ਲਈ ਵੀ ਪੰਜਾਬ ਦੇ ਕਿਸਾਨ ਨੂੰ ਬਾਹਲਾ ਕੋਈ ਫਾਇਦਾ, ਜਾਂ ਦੇਸ਼ ਵਿੱਚ ਜਿਹੜੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨ ਆ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਾ ਹੋ ਸਕੇ। ਕੇਂਦਰ ਦੇ ਇਹ ਜਿਹੜੇ ਕਦਮ ਆ ਉਹਦੀ ਅਸੀਂ ਨਿੰਦਾ ਕਰਦੇ ਹਾਂ। 4 ਨੂੰ ਸਾਡੀ ਜਥੇਬੰਦੀਆਂ ਦੀ ਮੀਟਿੰਗ ਆ ਸਰਕਾਰਾਂ ਨਾਲ, ਉਹਦੇ ਵਿੱਚ ਜੇ ਕੁਝ ਨਹੀਂ ਨਿਬੜਿਆ ਤਾਂ ਕੇਂਦਰ ਦੇ ਖਿਲਾਫ ਵੱਡੇ ਅੰਦੋਲਨ ਆਉਣ ਵਾਲੇ ਦਿਨਾਂ 'ਚ ਕੀਤੇ ਜਾਣਗੇ। ਧੰਨਵਾਦ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਆਪਣਾ ਪਹਿਲਾ ਸੂਰਜ ਮਿਸ਼ਨ ਆਦਿਤਿਆ L1 ਦੀ ਸਫਲਤਾਪੂਰਵਕ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ ਯਾਨੀ ਕਿ 2 ਸਤੰਬਰ ਨੂੰ ਦੁਪਹਿਰੇ ਠੀਕ 11:50 ਤੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਇਸ ਰਾਹੀਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਨੂੰ ਸਮਝੇਗਾ ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਖੋਜ ਹੋਏਗੀ। इस विषय के बारे प्रोफेसर R.C. कपूर ने अपने विचार साझे किए। India's very ambitious project Aditya L1, and this is a space-based solar observatory, and Indian astronomers have worked quite a lot for several years, more than to achieve this goal, and that day is today when this satellite will be launched into space, and it's eventually going to be placed at a point called Lagrange 1, that is L1, and this is a point which is about 1.5 million kilometers from this Earth's center in the direction of the sun on the Sun-Earth axis. This point is where the gravitational field of the Earth and the Sun are equalizing, in a sense that there is no force felt, and it's just equalized force. So let's hope in the next 4 months, when at the L1, as the satellite is placed, it's going to face the sun all the time, 24/7, and all through the year. So Indian astronomers are going to benefit from it because it's a high technology instrumentation that has gone in, and it's very up-to-date electronics. So we are also aiming at regions to observe from this point, regions very close to the sun's surface,
and the solar corona is the main sort of object of our interest. Sir, is there any difficulty or challenging situations today? I don't see at the moment, because PSLV rocket is a trusted workhorse of ISRO, and it's going to be first placed in the earthbound orbit. Then there will be several Earth orbit raisings, after which it will be placed in a cruise orbit, and then eventually it has to land at L1, where ISRO is going to do quite a lot of maneuver in such a way that it follows, it enters that point and adopts a halo orbit and around that point. ਛੱਤੀਸਗੜ੍ਹ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਰਾਹੁਲ ਗਾਂਧੀ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਹਮੇਸ਼ਾ ਦੀ ਤਰ੍ਹਾਂ ਨਰਿੰਦਰ ਮੋਦੀ ਨੂੰ ਖੂਬ ਘੇਰਿਆ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੱਸੇ ਕਿ ਦੇਸ਼ ਦੇ ਵਿੱਚੋਂ ਕਿੰਨਾ ਪੈਸਾ ਬਾਹਰ ਗਿਆ ਅਤੇ ਅਡਾਨੀਆਂ ਦੇ ਨਾਲ ਉਹਨਾਂ ਦੀ ਇੰਨੀ ਨੇੜਤਾ ਕਿਉਂ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਅਡਾਨੀਆਂ ਦੇ ਉੱਤੇ ਕਦੇ ਵੀ ਕਾਰਵਾਈ ਨਹੀਂ ਕਰ ਸਕਦੇ, ਕਿਉਂਕਿ ਅਜਿਹਾ ਕਰਨ ਦੇ ਨਾਲ ਅਡਾਨੀ ਨਹੀਂ ਸਗੋਂ ਮੋਦੀ ਖੁਦ ਫਸ ਜਾਣਗੇ। पूरा का पूरा एक व्यक्ति के हवाले किया जा रहा है, और मैं साफ कहना चाहता हूं कि चाहे वो कर्नाटक की सरकार हो, छत्तीसगढ़ की हो, राजस्थान की हो, हिमाचल की हो, और जो अभी आने वाली है तेलंगाना, मध्य प्रदेश, ये सारी की सारी सरकारें गरीबों की सरकारें होंगी, अदानी की सरकारें नहीं होंगी। और प्रधानमंत्री को साफ कहना चाहिए, देश को बताना चाहिए और छत्तीसगढ़ के युवाओं को बताना चाहिए कि वो अदानी जी पर इंक्वायरी क्यों नहीं करवा रहे हैं। ऐसी क्या बात है कि नरेंद्र मोदी जी अदानी जी पर इंक्वायरी नहीं करा सकते हैं? दो तीन सवाल हैं भाई और बहनों, युवाओं। ये जो हजारों करोड़ रुपए हिंदुस्तान से बाहर गया, ये पैसा किसका था? पहला सवाल, ये अदानी जी का पैसा नहीं था, ये किसी और का पैसा था। किसका पैसा था? ये पहला सवाल है। प्रधानमंत्री जी कोई इंक्वायरी नहीं करवाएंगे। मैं आपको साफ कह देता हूं, हिंदुस्तान का प्रधानमंत्री अदानी जी पे कोई इंक्वायरी करा ही नहीं सकता, क्योंकि अगर उसका इंक्वायरी का नतीजा निकल गया तो नुकसान अदानी जी को नहीं होगा, नुकसान किसी और को होगा। तो छत्तीसगढ़ में हमने क्या किया? छत्तीसगढ़ में किसानों को धान के लिए सही दाम दिया, और आज आप सारे प्रदेशों को देख लीजिए, लिस्ट निकालिए, सवाल पूछिए, धान के लिए सबसे ज्यादा पैसा कौन से स्टेट में मिलता है? जवाब मिलेगा छत्तीसगढ़, छत्तीसगढ़, छत्तीसगढ़। ਤੇ ਇਸੇ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ। ਜਲਦ ਹਾਜ਼ਰ ਹੋਵਾਂਗੇ। ਧੰਨਵਾਦ।